ਪਿਆਰੇ ਵਿਦਿਆਰਥੀਓ, ਅੱਜ ਆਪਾਂ ਸਮਾਜਿਕ ਸਿੱਖਿਆ ਜਮਾਤ 6ਵੀਂ ਇਤਿਹਾਸ ਭਾਗ ਦਾ 11ਵਾਂ ਪਾਠ ਵੈਦਿਕ ਸੱਭਿਅਤਾ ਜਾਂ ਕਾਲ ਬਾਰੇ ਪੜ੍ਹਾਂਗੇ, ਜਿਸ ਵਿੱਚ ਰਿਗਵੈਦਿਕ ਕਾਲ ਦੀ ਮਹਾਨ ਵੈਦਿਕ ਸੱਭਿਅਤਾ ਬਾਰੇ ਭਰਪੂਰ ਜਾਣਕਾਰੀ ਹਾਸਲ ਕਰਾਂਗੇ। ਸੋ ਬੱਚਿਓ, ਤੁਸੀਂ ਕਾਪੀ ਪੈਨ ਆਪਣੇ ਹੱਥਾਂ ਵਿੱਚ ਰੱਖਣੇ ਹਨ ਤਾਂ ਕਿ ਖਾਸ ਜਾਣਕਾਰੀ ਨੂੰ ਨੋਟ ਕਰਦੇ ਹੋਏ ਮਨ ਵਿੱਚ ਪੈਦਾ ਹੋਏ ਪ੍ਰਸ਼ਨਾਂ ਨੂੰ ਵੀ ਨੋਟ ਕਰੀਏ। ਬੇਟਾ, ਮੈਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਕੀ ਹੁੰਦਾ ਹੈ ਬਾਰੇ ਸਰਲ ਕਰ ਦੇਵਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਤੋਂ ਕਹਾਣੀਆਂ ਜ਼ਰੀਏ ਕੋਈ ਜਾਣਕਾਰੀ ਹਾਸਲ ਕਰ ਲੈਂਦੇ ਹੋ, ਤਾਂ ਉਹ ਤੁਹਾਡੇ ਲਈ ਇਤਿਹਾਸ ਬਣ ਜਾਂਦਾ ਹੈ। ਕਹਿਣ ਦਾ ਭਾਵ, ਅੱਜ ਦੀ ਘਟੀ ਹੋਈ ਘਟਨਾ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਬਣ ਜਾਏਗੀ। ਸ਼ਾਇਦ ਤੁਸੀਂ ਸੰਸਾਰ ਦੀਆਂ ਅਨੇਕਾਂ ਹੀ ਸੱਭਿਅਤਾਵਾਂ ਬਾਰੇ ਸੁਣਿਆ ਹੋਵੇਗਾ। ਉਸੇ ਤਰ੍ਹਾਂ ਅੱਜ ਅਸੀਂ ਵੈਦਿਕ ਸੱਭਿਅਤਾ ਬਾਰੇ ਜਾਣਕਾਰੀ ਹਾਸਲ ਕਰਾਂਗੇ। ਬੇਟਾ, ਧਿਆਨ ਦੇ ਨਾਲ ਸੁਣਨਾ। ਸ਼ਾਇਦ ਤੁਸੀਂ ਹਿੰਦੂਆਂ ਦੀਆਂ ਪਵਿੱਤਰ ਪੁਸਤਕਾਂ 4 ਵੇਦਾਂ ਬਾਰੇ ਸੁਣਿਆ ਹੋਵੇਗਾ। ਇਹ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ ਹਨ। ਰਿਗਵੇਦ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਹੈ। ਇਹ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰਾਂ ਦਾ ਸੰਗ੍ਰਹਿ ਹੈ। ਇਹ ਇੱਕ ਵਿਅਕਤੀ ਦੁਆਰਾ ਨਹੀਂ ਲਿਖਿਆ ਗਿਆ। ਅਨੇਕ ਵਿਦਵਾਨ ਰਿਸ਼ੀਆਂ ਦੁਆਰਾ ਇੱਕ ਲੰਬੇ ਸਮੇਂ ਤੱਕ ਲਿਖੇ ਸੂਤਕ ਭਾਵ ਮੰਤਰ ਇਸ ਵਿੱਚ ਸ਼ਾਮਲ ਕੀਤੇ ਗਏ ਹਨ। ਬੱਚਿਓ, ਤੁਹਾਨੂੰ ਹਿੰਦੂਆਂ ਦੀਆਂ ਪਵਿੱਤਰ ਪੁਸਤਕਾਂ ਬਾਰੇ ਪਤਾ ਲੱਗ ਚੁੱਕਾ ਹੋਵੇਗਾ। ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ। ਸਭ ਤੋਂ ਪੁਰਾਣੀ ਪੁਸਤਕ ਰਿਗਵੇਦ ਹੈ, ਜਿਸ ਵਿੱਚ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰਾਂ ਦਾ ਸੰਗ੍ਰਹਿ ਹੈ, ਜਿਸ ਨੂੰ ਵਿਦਵਾਨ ਰਿਸ਼ੀਆਂ ਦੁਆਰਾ ਲਿਖੇ ਗਏ ਮੰਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵੇਦਾਂ ਦੇ ਬਾਅਦ ਲੰਬੇ ਸਮੇਂ ਤੱਕ ਹੋਰ ਬਹੁਤ ਸਾਰੇ ਗ੍ਰੰਥ ਲਿਖੇ ਗਏ। ਇਨ੍ਹਾਂ ਵਿੱਚੋਂ ਕੁਝ ਤਾਂ ਵੇਦਾਂ ਉੱਪਰ ਵਿਆਖਿਆਵਾਂ ਹਨ। ਹੋਰ ਗ੍ਰੰਥ ਵੇਦਾਂ ਵਿੱਚ ਦਿੱਤੇ ਗਏ ਕਰਮ-ਕਾਂਡਾਂ ਦੀ ਵਿਆਖਿਆ ਕਰਦੇ ਹਨ। ਕੁਝ ਧਰਮ, ਦਰਸ਼ਨ ਤੇ ਲਿਖੇ ਗਏ ਗ੍ਰੰਥ ਵੀ ਹਨ। ਉਹਨਾਂ ਨੂੰ ਕਰਮਵਾਰ, ਬ੍ਰਾਹਮਣ, ਆਰਣਯਕ, ਸੂਤਰ ਅਤੇ ਉਪਨਿਸ਼ਦਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਸਾਰਿਆਂ ਨੂੰ ਵੈਦਿਕ ਸਾਹਿਤ ਕਿਹਾ ਜਾਂਦਾ ਹੈ। ਭਾਵ, ਵੇਦਾਂ ਤੋਂ ਬਾਅਦ ਲੰਬੇ ਸਮੇਂ ਤੱਕ ਹੋਰ ਬਹੁਤ ਸਾਰੇ ਗ੍ਰੰਥ ਵੀ ਲਿਖੇ ਗਏ, ਜਿਸ ਵਿੱਚ ਵੇਦਾਂ ਦੀ ਵਿਆਖਿਆ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਵਿੱਚ ਕਰਮ-ਕਾਂਡਾਂ ਦੀ ਵਿਆਖਿਆ ਕੀਤੀ ਹੈ। ਧਰਮ, ਦਰਸ਼ਨ, ਸ਼ਾਸਤਰ ਬਾਰੇ ਵੀ ਗ੍ਰੰਥ ਲਿਖੇ ਗਏ ਹਨ। ਜਿਸ ਕਾਲ ਵਿੱਚ ਇਹ ਲਿਖੇ ਗਏ ਸਨ, ਉਸ ਨੂੰ ਵੈਦਿਕ ਕਾਲ ਜਾਂ ਵੈਦਿਕ ਸੱਭਿਅਤਾ ਕਿਹਾ ਜਾਂਦਾ ਹੈ। ਇਹਨਾਂ ਨੂੰ
ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਕਾਲ ਨੂੰ ਰਿਗਵੈਦਿਕ ਜਾਂ ਆਰੰਭਿਕ ਵੈਦਿਕ ਸਭਿਅਤਾ ਕਿਹਾ ਜਾਂਦਾ ਹੈ। ਬਾਅਦ ਦੇ ਸਮੇਂ ਨੂੰ ਉੱਤਰ ਵੈਦਿਕ ਸਭਿਅਤਾ ਕਿਹਾ ਜਾਂਦਾ ਹੈ। ਸੋ ਬੱਚਿਓ, ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਜਿਸ ਸਮੇਂ ਵਿੱਚ ਇਹਨਾਂ ਦੀ ਰਚਨਾ ਹੋਈ ਉਸ ਨੂੰ ਵੈਦਿਕ ਕਾਲ ਕਿਹਾ ਜਾਂਦਾ ਹੈ। ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਨੂੰ ਰਿਗਵੈਦਿਕ ਕਾਲ ਜਾਂ ਆਰੰਭਿਕ ਕਾਲ ਕਿਹਾ ਜਾਂਦਾ ਹੈ ਅਤੇ ਬਾਅਦ ਦੇ ਸਮੇਂ ਨੂੰ ਉੱਤਰ ਵੈਦਿਕ ਕਾਲ ਭਾਵ ਵੈਦਿਕ ਸਭਿਅਤਾ ਕਿਹਾ ਜਾਂਦਾ ਹੈ। ਵੈਦਿਕ ਕਾਲ ਜਾਂ ਵੈਦਿਕ ਸਭਿਅਤਾ ਦਾ ਸਮਾਂ ਲਗਭਗ 1500 ਈਸਾ ਪੂਰਵ ਤੋਂ 500 ਈਸਾ ਪੂਰਵ ਤੱਕ ਹੈ। ਭਾਵ ਵੈਦਿਕ ਕਾਲ ਨਾ ਤੋਂ ਹੀ ਸਪਸ਼ਟ ਹੈ ਕਿ ਵੈਦਿਕ ਸਭਿਅਤਾ ਦਾ ਸਮਾਂ ਲਗਭਗ 1500 ਈਸਾ ਪੂਰਵ ਤੋਂ 500 ਈਸਾ ਪੂਰਵ ਤੱਕ ਸੀ। ਇਸ ਸਮੇਂ ਦੇ ਰੌਸ਼ਨ ਦਿਮਾਗ ਇਨਸਾਨਾਂ ਨੇ ਕੁਦਰਤੀ ਬਨਸਪਤੀ ਅਤੇ ਬ੍ਰਹਿਮੰਡ ਦੇ ਖੰਡਾਂ ਨੂੰ ਸਮਝ ਕੇ ਮਨੁੱਖੀ ਜੀਵਨ ਦੀ ਅਗਵਾਈ ਲਈ ਰਿਗਵੇਦ ਅਤੇ ਹੋਰ ਵੇਦਾਂ ਦੀ ਰਚਨਾ ਕੀਤੀ। ਉਕਤ ਸਮੇਂ ਦੇ ਬਾਰੇ ਮੈਂ ਦੁਬਾਰਾ ਦੱਸ ਦੇਵਾਂ ਕਿ ਇਹ ਵੈਦਿਕ ਕਾਲ ਦਾ ਸਮਾਂ 1500 ਈਸਾ ਪੂਰਵ ਤੋਂ 500 ਈਸਾ ਪੂਰਵ ਤੱਕ ਦਾ ਹੈ। ਇਸ ਸਭਿਅਤਾ ਦੇ ਲੋਕਾਂ ਨੂੰ ਆਮ ਤੌਰ ਤੇ ਆਰੀਆ ਕਿਹਾ ਜਾਂਦਾ ਹੈ। ਆਰੀਆ ਦਾ ਅਰਥ ਹੈ ਸਰਵ ਉੱਤਮ, ਸਿੱਖਿਅਤ ਅਤੇ ਸਭਿਆ। ਸ਼ੁਰੂ ਵਿੱਚ ਇਹ ਲੋਕ ਪੰਜਾਬ ਵਿੱਚ ਜਮਨਾ ਨਦੀ ਤੋਂ ਲੈ ਕੇ ਅਫਗਾਨਿਸਤਾਨ ਦੀ ਸੀਮਾ ਤੱਕ ਰਹਿੰਦੇ ਸਨ। ਬਾਅਦ ਵਿੱਚ ਇਹ ਲੋਕ ਪੂਰਬ ਅਤੇ ਦੱਖਣ ਵਿੱਚ ਗੰਗਾ ਦੇ ਮੈਦਾਨਾਂ ਤੱਕ ਫੈਲ ਗਏ। ਸੋ ਪਿਆਰੇ ਬੱਚਿਓ, ਇਸ ਸਭਿਅਤਾ ਦੇ ਲੋਕਾਂ ਨੂੰ ਆਰੀਅਨ ਲੋਕ ਕਿਹਾ ਗਿਆ। ਆਰੀਆ ਤੋਂ ਭਾਵ ਸਰਵ ਉੱਤਮ, ਸਿੱਖਿਅਤ ਅਤੇ ਸਭਿਅਕ। ਇਹ ਲੋਕ ਪੰਜਾਬ ਵਿੱਚ ਜਿਵੇਂ ਕਿ ਨਕਸ਼ੇ ਵਿੱਚ ਰੈੱਡ ਐਰੋ ਦੇ ਨਾਲ ਭਾਵ ਲਾਲ ਤੀਰ ਦੇ ਨਾਲ ਦਿਖਾਇਆ ਗਿਆ ਹੈ ਕਿ ਜਮਨਾ ਨਦੀ ਤੋਂ ਹਿੰਦੂ ਕੁਸ਼ ਪਰਬਤ ਤੱਕ ਇਹਨਾਂ ਲੋਕਾਂ ਦਾ ਵਿਕਾਸ ਹੋਇਆ। ਇਸ ਤੋਂ ਬਾਅਦ ਇਹ ਲੋਕ ਗੰਗਾ ਨਦੀ ਦੇ ਪੂਰਬ ਤੇ ਦੱਖਣੀ ਭਾਗਾਂ ਵਿੱਚ ਫੈਲ ਗਏ। ਵੈਦਿਕ ਲੋਕਾਂ ਦੇ ਅਸਲੀ ਨਿਵਾਸ ਸਥਾਨ ਬਾਰੇ ਵਿਦਵਾਨਾਂ ਵਿੱਚ ਕਾਫੀ ਮਤਭੇਦ ਹਨ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਮੱਧ ਏਸ਼ੀਆ ਤੋਂ ਪੰਜਾਬ ਵਿੱਚ ਆਏ ਅਤੇ ਜਦੋਂ ਕਿ ਦੂਸਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਰੂਸ ਦੇ ਯੂਰਪੀ ਸੀਮਾਵਰਤੀ ਇਲਾਕਿਆਂ ਤੋਂ ਆਏ ਸਨ। ਹੁਣ ਬਹੁਤ ਸਾਰੇ ਵਿਦਵਾਨ ਇਸ ਵਿਚਾਰ ਨੂੰ ਮੰਨਦੇ ਹਨ ਕਿ ਆਰੀਆ ਲੋਕ ਬਾਹਰੋਂ ਨਹੀਂ ਆਏ, ਸਗੋਂ ਪੰਜਾਬ ਦੇ ਹੀ ਮੂਲ ਨਿਵਾਸੀ ਸਨ।
ਕਹਿਣ ਦਾ ਭਾਵ ਬੱਚਿਓ, ਵੈਦਿਕ ਲੋਕਾਂ ਦੇ ਸਥਾਨਾਂ ਬਾਰੇ ਕਾਫੀ ਮਤਭੇਦ ਪਾਏ ਜਾਂਦੇ ਹਨ। ਕੁਝ ਵਿਦਵਾਨਾਂ ਮੁਤਾਬਕ ਇਹ ਲੋਕ ਮੱਧ ਏਸ਼ੀਆ ਤੋਂ ਆਏ ਦੱਸੇ ਜਾਂਦੇ ਹਨ ਤੇ ਦੂਸਰੇ ਵਿਦਵਾਨਾਂ ਨੇ ਇਹ ਦੱਸਿਆ ਕਿ ਇਹ ਲੋਕ ਯੂਰਪ ਦੇ ਸੀਮਾਵਰਤੀ ਇਲਾਕਿਆਂ ਤੋਂ ਆਏ ਸਨ। ਹੁਣ ਬਹੁਤੇ ਵਿਦਵਾਨ ਇਹ ਮੰਨਦੇ ਹਨ ਕਿ ਆਰੀਆ ਲੋਕ ਬਾਹਰੋਂ ਨਹੀਂ ਆਏ, ਸਗੋਂ ਪੰਜਾਬ ਦੇ ਹੀ ਮੂਲ ਨਿਵਾਸੀ ਸਨ। ਰਿਗਵੇਦ ਵਿੱਚ ਸਿੰਧੂ, ਜੇਲਮ, ਵਿਤਸਤਾ, ਚਿਨਾਬ ਭਾਵ ਅਸ਼ਕਨੀ, ਰਾਵੀ ਭਾਵ ਰੁਸ਼ਨੀ, ਬਿਆਸ ਭਾਵ ਵਿਪਾਸ਼ਾ, ਸਤਲੁਜ ਭਾਵ ਸ਼ਤੁਦ, ਜਮਨਾ ਅਤੇ ਗੰਗਾ ਨਦੀਆਂ ਦਾ ਵਰਣਨ ਕੀਤਾ ਗਿਆ ਹੈ। ਵੈਦਿਕ ਕਾਲ ਵਿੱਚ ਸਰਸਵਤੀ ਨਦੀ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਸੀ। ਪੰਜਾਬ ਨੂੰ ਸੱਤ ਸਿੰਧੂ ਜਾਂ ਸੱਤ ਨਦੀਆਂ ਦਾ ਪ੍ਰਦੇਸ਼ ਵੀ ਕਿਹਾ ਜਾਂਦਾ ਸੀ। ਸੋ ਰਿਗਵੇਦ ਅਨੁਸਾਰ ਜਿਵੇਂ ਕਿ ਨਕਸ਼ੇ ਵਿੱਚ ਦਿਖਾਇਆ ਗਿਆ ਹੈ, ਸਿੰਧੂ ਨਦੀ ਜੇਲਮ ਭਾਵ ਵਿਤਸਤਾ, ਜੇਲਮ ਨਦੀ ਦਾ ਪੁਰਾਤਨ ਨਾਂ ਵਿਤਸਤਾ ਸੀ। ਰਾਵੀ ਨਦੀ ਦਾ ਪੁਰਾਤਨ ਨਾਂ ਕ੍ਰਿਸ਼ਨੀ ਸੀ। ਬਿਆਸ ਨਦੀ ਦਾ ਪੁਰਾਤਨ ਨਾਂ ਵਿਪਾਸ਼ਾ ਸੀ। ਸਤਲੁਜ ਨਦੀ ਦਾ ਪੁਰਾਤਨ ਨਾਂ ਸਤੁਦਰ, ਜਮਨਾ ਤੇ ਗੰਗਾ ਨਦੀਆਂ ਦਾ ਵਰਣਨ ਕੀਤਾ ਗਿਆ। ਵੈਦਿਕ ਕਾਲ ਵਿੱਚ ਸਭ ਤੋਂ ਪਵਿੱਤਰ ਨਦੀ ਸਰਸਵਤੀ ਨੂੰ ਮੰਨਿਆ ਗਿਆ। ਪੰਜਾਬ ਨੂੰ ਸੱਤ ਸਿੰਧ ਜਾਂ ਸੱਤ ਨਦੀਆਂ ਵਾਲਾ ਪ੍ਰਦੇਸ਼ ਵੀ ਕਿਹਾ ਜਾਂਦਾ ਸੀ। ਵੈਦਿਕ ਕਾਲ ਵਿੱਚ ਆਰਥਿਕ ਜੀਵਨ। ਵੈਦਿਕ ਕਾਲ ਵਿੱਚ ਲੋਕਾਂ ਦਾ ਆਰਥਿਕ ਜੀਵਨ ਉਹਨਾਂ ਦੇ ਹੁਨਰ ਦੇ ਉੱਪਰ ਟਿਕਿਆ ਹੋਇਆ ਸੀ। ਵੈਦਿਕ ਲੋਕ ਪ੍ਰਸਿੱਧ ਯੋਧੇ ਸਨ। ਯੁੱਧਾਂ ਵਿੱਚ ਭਾਗ ਲੈਣਾ ਉਹਨਾਂ ਦਾ ਇੱਕ ਮੁੱਖ ਕਿੱਤਾ ਸੀ, ਪਰੰਤੂ ਆਰਥਿਕ ਜੀਵਨ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਉਦਯੋਗ ਧੰਦੇ ਅਤੇ ਵਪਾਰ ਉਹਨਾਂ ਦੇ ਮੁੱਖ ਕਿੱਤੇ ਸਨ। ਖੇਤਾਂ ਵਿੱਚ ਬਲਦਾਂ ਦੀ ਸਹਾਇਤਾ ਨਾਲ ਹਲ ਚਲਾ ਕੇ ਤਰ੍ਹਾਂ ਤਰ੍ਹਾਂ ਦੇ ਅਨਾਜ ਬੀਜੇ ਜਾਂਦੇ ਸਨ। ਦਾਲਾਂ ਅਤੇ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਸਨ। ਪਾਲਤੂ ਜਾਨਵਰਾਂ ਵਿੱਚੋਂ ਗਾਂ, ਘੋੜਾ, ਭੇਡ, ਬੱਕਰੀ, ਖੋਤਾ ਆਦਿ ਪਾਲੇ ਜਾਂਦੇ ਸਨ। ਗਊ ਸਭ ਤੋਂ ਮਹੱਤਵਪੂਰਨ ਪਸ਼ੂ ਸੀ। ਇਸ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਇਸ ਨੂੰ ਮਾਰਨਾ ਮਨ੍ਹਾ ਸੀ। ਉਸ ਸਮੇਂ ਸਿੱਕਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਵਪਾਰ ਵਿੱਚ ਵਸਤਾਂ ਦਾ ਵਟਾਂਦਰਾ ਪ੍ਰਣਾਲੀ ਪ੍ਰਚਲਿਤ ਸੀ। ਲੁਹਾਰ, ਰੱਥਕਾਰ, ਤਰਖਾਣ, ਜੁਲਾਹੇ, ਘੁਮਿਆਰ ਆਦਿ ਕਾਰੀਗਰ ਵੈਦਿਕ ਆਰਥਿਕ ਜੀਵਨ ਦੇ ਮਹੱਤਵਪੂਰਨ ਅੰਗ ਸਨ। ਉਹਨਾਂ ਦਾ ਕੰਮ ਦੀ ਸਮਰੱਥਾ ਅਨੁਸਾਰ ਆਦਰ ਮਾਣ ਕੀਤਾ ਜਾਂਦਾ ਸੀ। ਸਮਾਜ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ਉਹਨਾਂ ਤੇ ਨਿਰਭਰ ਕਰਦਾ ਸੀ। ਵਪਾਰ ਥਲ ਮਾਰਗ ਦੁਆਰਾ ਅਤੇ ਨਦੀਆਂ, ਸਮੁੰਦਰਾਂ ਵਿੱਚ ਕਿਸ਼ਤੀਆਂ ਅਤੇ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਸੀ।
ਵੈਦਿਕ ਕਾਲ ਵਿੱਚ ਰਾਜਨੀਤਿਕ ਜੀਵਨ ਨੂੰ ਚਲਾਉਣ ਦੇ ਲਈ ਸਥਾਨਕ ਰਾਜ ਪ੍ਰਬੰਧ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ, ਇੱਕ ਸੰਸਥਾ ਦੀ ਲੋੜ ਸੀ। ਸੋ ਵੈਦਿਕ ਲੋਕਾਂ ਨੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਰਾਜਤੰਤਰੀ ਤਰੀਕਾ ਅਪਣਾਇਆ। ਸੋ ਬੱਚਿਓ, ਹੁਣ ਅਸੀਂ ਆਰੀਅਨ ਲੋਕਾਂ ਦੇ ਰਾਜਨੀਤਿਕ ਜੀਵਨ ਬਾਰੇ ਪੜ੍ਹਾਂਗੇ। ਪਰ ਇਸ ਤੋਂ ਪਹਿਲਾਂ ਮੈਂ ਇਸ ਰਾਜਨੀਤਿਕ ਜੀਵਨ ਨੂੰ ਅਜੋਕੀ ਸ਼ੈਲੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ ਕਿ ਜਿਸ ਤਰ੍ਹਾਂ ਅਸੀਂ ਭਾਰਤ ਦੇਸ਼ ਦੇ ਵਿੱਚ ਅੱਜ ਰਹਿ ਰਹੇ ਹਾਂ, ਸਾਡਾ ਅੱਜ ਦਾ ਰਾਜ ਪ੍ਰਬੰਧ ਦਾ ਤਰੀਕਾ ਲੋਕਤੰਤਰੀ ਹੈ। ਵੈਦਿਕ ਕਾਲ ਦੇ ਸਮੇਂ ਰਾਜੇ ਦਾ ਪੁੱਤਰ ਹੀ ਰਾਜਾ ਹੁੰਦਾ ਸੀ। ਅਜੋਕੇ ਸਮੇਂ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦਾ ਵੱਧ ਤੋਂ ਵੱਧ ਰਾਜਨੀਤਿਕ ਸਮਰਥਨ ਹਾਸਲ ਕਰਨ ਵਾਲਾ, ਭਾਵ ਜਿਸ ਵਿਅਕਤੀ ਦੇ ਹੱਕ ਦੇ ਵਿੱਚ ਜ਼ਿਆਦਾ ਵੋਟ ਹੁੰਦੇ ਹਨ, ਉਹ ਲੋਕਾਂ ਦਾ ਰਾਜਾ ਬਣ ਜਾਂਦਾ ਹੈ। ਸੋ ਇਸ ਰਾਜਨੀਤਿਕ ਜੀਵਨ ਨੂੰ ਅੱਜ ਦੇ ਪਹਿਲੂ ਦੇ ਨਾਲ ਇਸ ਕਰਕੇ ਜੋੜਿਆ ਹੈ ਤਾਂ ਕਿ ਤੁਹਾਨੂੰ ਰਾਜਤੰਤਰ ਅਤੇ ਲੋਕਤੰਤਰ ਦੇ ਬਾਰੇ ਪਤਾ ਲੱਗ ਸਕੇ। ਆਰੰਭਿਕ ਵੈਦਿਕ ਕਾਲ ਵਿੱਚ ਬਹੁਤ ਸਾਰੇ ਛੋਟੇ ਛੋਟੇ ਕਬੀਲੇ ਰਾਜ ਕਰਦੇ ਸਨ। ਇਨ੍ਹਾਂ ਵਿੱਚੋਂ ਕੁਝ ਜਿਵੇਂ ਕਿ ਅਨੂ, ਯਦੂ, ਪੁਰੂ, ਭਰਤ ਆਦਿ ਦਾ ਵਰਣਨ ਰਿਗਵੇਦ ਦੇ ਵਿੱਚ ਮਿਲਦਾ ਹੈ। ਬਾਅਦ ਵਿੱਚ ਕੁਰੂ, ਪੰਚਾਲ, ਵਿਦੇ ਆਦਿ ਵੱਡੇ ਰਾਜ ਹੋਂਦ ਵਿੱਚ ਹੈ। ਇਹ ਰਾਜ ਅਕਸਰ ਆਪਸ ਵਿੱਚ ਯੁੱਧ ਕਰਦੇ ਰਹਿੰਦੇ ਸਨ। ਭਾਵ ਵੈਦਿਕ ਕਾਲ ਦੇ ਸ਼ੁਰੂਆਤੀ ਦੌਰ ਵਿੱਚ ਸਮੁੱਚੇ ਇਲਾਕੇ ਵਿੱਚ ਛੋਟੇ ਛੋਟੇ ਕਬੀਲੇ ਰਾਜ ਕਰਦੇ ਸਨ। ਕੁਝ ਦਾ ਜ਼ਿਕਰ ਰਿਗਵੇਦ ਵਿੱਚ ਮਿਲਦਾ ਹੈ, ਜਿਵੇਂ ਅਨੂ, ਯਦੂ, ਪੁਰੂ ਅਤੇ ਭਰਤ ਆਦਿ। ਇਸ ਤੋਂ ਬਾਅਦ ਕੁਝ ਵੱਡੇ ਰਾਜ ਹੋਂਦ ਵਿੱਚ ਆਏ, ਜਿਵੇਂ ਕੁਰੂ, ਪੰਚਾਲ, ਵਿਦੇ ਅਤੇ ਇਹ ਰਾਜ ਅਕਸਰ ਆਪਸ ਵਿੱਚ ਲੜਦੇ ਰਹਿੰਦੇ ਸਨ। ਸੋ ਪਿਆਰੇ ਬੱਚਿਓ, ਮੈਂ ਚਾਹੁੰਦਾ ਹਾਂ ਕਿ ਤੁਸੀਂ ਕਾਪੀਆਂ ਉੱਪਰ ਇਹਨਾਂ ਦੇ ਨਾਂ ਇੱਕ ਵਾਰ ਜ਼ਰੂਰ ਨੋਟ ਕਰੋ। ਮੈਂ ਦੁਬਾਰਾ ਰਿਪੀਟ ਕਰਦਾ ਹਾਂ। ਪਹਿਲੇ ਭਾਗ ਦੇ ਵਿੱਚ ਅਨੂ, ਯਦੂ, ਪੁਰੂ ਅਤੇ ਭਰਤ। ਦੂਜੇ ਭਾਗ ਦੇ ਵਿੱਚ ਕੁਰੂ, ਪੰਚਾਲ, ਵਿਦੇ। ਇਹ ਅਕਸਰ ਆਪਸ ਵਿੱਚ ਲੜਦੇ ਰਹਿੰਦੇ ਸਨ। ਰਾਜਾ ਆਪਣੇ ਰਾਜ ਦਾ ਮੁਖੀਆ ਹੁੰਦਾ ਸੀ। ਇਸ ਲਈ ਰਾਜੇ ਦਾ ਪੁੱਤਰ ਹੀ ਰਾਜ ਦਾ ਉੱਤਰਾਧਿਕਾਰੀ ਹੁੰਦਾ ਸੀ। ਰਾਜੇ ਨੂੰ ਰਾਜਨ ਕਿਹਾ ਜਾਂਦਾ ਸੀ। ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰਾਜਿਆਂ ਨੂੰ ਸਮਰਾਟ ਕਿਹਾ ਜਾਂਦਾ ਸੀ। ਰਾਜੇ ਦੀ ਪਰਜਾ ਦੁਆਰਾ ਚੋਣ ਕਰਨ ਸੰਬੰਧੀ ਕੁਝ ਉਦਾਹਰਣ ਮਿਲੇ ਹਨ, ਪਰੰਤੂ ਆਮ ਤੌਰ ਤੇ ਵੇਖਦੇ ਹਾਂ ਕਿ ਉਸ ਸਮੇਂ ਰਾਜਤੰਤਰ ਪ੍ਰਣਾਲੀ ਹੀ ਲਾਗੂ ਸੀ। ਸੋ ਪਿਆਰੇ ਬੱਚਿਓ, ਕਹਿਣ ਦਾ ਭਾਵ ਕੀ ਹੈ ਕਿ ਰਾਜੇ ਦਾ ਪੁੱਤਰ ਹੀ ਰਾਜ ਦਾ ਮੁਖੀਆ ਹੁੰਦਾ ਸੀ, ਅਤੇ ਜੇਕਰ ਰਾਜੇ ਦੀ ਮੌਤ ਹੋ ਜਾਂਦੀ ਸੀ
ਤਾਂ ਉਸ ਦਾ ਪੁੱਤਰ ਹੀ ਰਾਜ ਦਾ ਉੱਤਰਾਧਿਕਾਰੀ ਹੁੰਦਾ ਸੀ। ਰਾਜੇ ਨੂੰ ਰਾਜਨ ਕਹਿ ਕੇ ਵੀ ਬੁਲਾਇਆ ਜਾਂਦਾ ਸੀ। ਜੋ ਰਾਜਾ ਬਹੁਤ ਸ਼ਕਤੀਸ਼ਾਲੀ ਹੁੰਦਾ ਸੀ ਉਸ ਨੂੰ ਸਮਰਾਟ ਵੀ ਕਿਹਾ ਜਾਂਦਾ ਸੀ। ਸੋ ਰਾਜਤੰਤਰ ਪ੍ਰਣਾਲੀ ਦੇ ਵਿੱਚ ਰਾਜੇ ਦਾ ਪੁੱਤਰ ਹੀ ਰਾਜਾ ਹੁੰਦਾ ਸੀ। ਮੈਂ ਥੋੜਾ ਜਿਹਾ ਤੁਹਾਨੂੰ ਰਾਜਤੰਤਰ ਤੇ ਲੋਕਤੰਤਰ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ। ਰਾਜਤੰਤਰ ਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਕਿ ਰਾਜਾ ਕੌਣ ਬਣਦਾ ਸੀ, ਤੇ ਅੱਜ ਦੇ ਅਜੋਕੇ ਸਮੇਂ ਦੇ ਨਾਲ ਜਦੋਂ ਇਸ ਨੂੰ ਮਿਲਾ ਕੇ ਦੇਖਦੇ ਹਾਂ ਤਾਂ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਅਸੀਂ ਆਪਣੀ ਰਾਜਨੀਤਿਕ ਇਕਾਈ ਜਦੋਂ ਬਣਾਉਂਦੇ ਹਾਂ ਤਾਂ ਰਾਈਟ ਟੂ ਵੋਟ ਦੇ ਰਾਹੀਂ, ਵੋਟ ਦੇ ਅਧਿਕਾਰ ਦੇ ਰਾਹੀਂ ਅਸੀਂ ਆਪਣਾ ਰਾਜਾ ਆਪ ਚੁਣਦੇ ਹਾਂ। ਸਾਡੇ ਰਾਜ ਦਾ ਦੋ ਕਿਸਮ ਦਾ ਪ੍ਰਬੰਧ ਹੈ। ਰਾਜਨੀਤਿਕ ਪ੍ਰਬੰਧ, ਜਿਸ ਦਾ ਮੁਖੀਆ ਮੁੱਖ ਮੰਤਰੀ ਹੁੰਦਾ ਹੈ, ਅਤੇ ਦੇਸ਼ ਦੇ ਤੌਰ ਤੇ ਰਾਜ ਦਾ ਮੁਖੀਆ, ਦੇਸ਼ ਦਾ ਮੁਖੀਆ ਪ੍ਰਧਾਨ ਮੰਤਰੀ ਹੁੰਦਾ ਹੈ। ਪ੍ਰਸ਼ਾਸਨਿਕ ਤੌਰ ਤੇ ਮੁਖੀਆ ਦੇਸ਼ ਦੇ ਤੌਰ ਤੇ ਰਾਸ਼ਟਰਪਤੀ ਅਤੇ ਰਾਜ ਦੇ ਤੌਰ ਤੇ ਰਾਜਪਾਲ ਹੁੰਦਾ ਹੈ। ਸੋ ਬੇਟਾ, ਸਾਡਾ ਜੋ ਰਾਜਨੀਤਿਕ ਪ੍ਰਬੰਧ ਹੈ ਇਹਦੇ ਬਾਰੇ ਪਾਠ ਦੇ ਮੁਤਾਬਕ ਰਾਜਤੰਤਰ ਪ੍ਰਣਾਲੀ ਦੇ ਅਨੁਸਾਰ ਰਾਜੇ ਦਾ ਪੁੱਤਰ ਹੀ ਉਸ ਸਮੇਂ ਰਾਜਾ ਬਣਦਾ ਸੀ। ਸ਼ਾਇਦ ਆਧੁਨਿਕ ਸੰਸਦ ਦੀ ਤਰ੍ਹਾਂ ਰਾਜੇ ਦੀ ਸਹਾਇਤਾ ਲਈ ਦੋ ਮਹੱਤਵਪੂਰਨ ਸੰਸਥਾਵਾਂ ਸਨ। ਇਹਨਾਂ ਨੂੰ ਸਭਾ ਅਤੇ ਸਮਿਤੀ ਕਿਹਾ ਜਾਂਦਾ ਸੀ। ਰਾਜੇ ਦੀ ਸਹਾਇਤਾ ਕਰਨ ਲਈ ਬਹੁਤ ਸਾਰੇ ਅਧਿਕਾਰੀ ਵੀ ਹੁੰਦੇ ਸਨ, ਜਿਵੇਂ ਕਿ ਪ੍ਰੋਹਤ ਭਾਵ ਮੁੱਖ ਸਲਾਹਕਾਰ ਅਤੇ ਧਾਰਮਿਕ ਕੰਮ ਕਰਨ ਵਾਲਾ, ਸੈਨਾਨੀ ਭਾਵ ਸੈਨਾ ਦਾ ਮੁਖੀ, ਗ੍ਰਾਮੀਣ ਭਾਵ ਪਿੰਡ ਦਾ ਮੁਖੀ। ਸੋ ਪਿਆਰੇ ਬੱਚਿਓ, ਜਿਸ ਤਰ੍ਹਾਂ ਅਜੋਕੀ ਸੰਸਦ ਦੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਸਹਾਇਕ ਬਾਕੀ ਮੰਤਰੀ ਵਿਭਾਗਾਂ ਦੀ ਦੇਖ ਰੇਖ ਕਰਦੇ ਹਨ, ਇਸੇ ਤਰ੍ਹਾਂ ਵੈਦਿਕ ਕਾਲ ਵਿੱਚ ਰਾਜੇ ਦੀਆਂ ਸਹਿਯੋਗੀ ਸੰਸਥਾਵਾਂ ਨੂੰ ਸਭਾ ਅਤੇ ਸਮਿਤੀ ਕਿਹਾ ਜਾਂਦਾ ਸੀ। ਸੋ ਇਸ ਦੇ ਮੰਤਰੀਆਂ ਦੀ ਥਾਂ ਜਿਵੇਂ ਕਿ ਪ੍ਰੋਹਤ ਮੁੱਖ ਸਲਾਹਕਾਰ ਦਾ ਕੰਮ ਕਰਦਾ ਸੀ, ਇਸ ਦੇ ਨਾਲ ਹੀ ਉਹ ਧਾਰਮਿਕ ਕੰਮ ਕਰਨ ਵਾਲੇ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਸੀ। ਸੈਨਾਨੀ ਭਾਵ ਸੈਨਾ ਦੇ ਮੁਖੀ ਨੂੰ ਵੀ ਵਿਸ਼ੇਸ਼ ਕੰਮ ਦਿੱਤਾ ਜਾਂਦਾ ਸੀ, ਅਤੇ ਗ੍ਰਾਮੀਣ ਜੋ ਕਿ ਪਿੰਡ ਦਾ ਮੁਖੀਆ ਹੁੰਦਾ ਹੈ, ਇਹ ਲੋਕ ਰਾਜੇ ਦੇ ਰਾਜ ਪ੍ਰਬੰਧ ਵਿੱਚ ਵਿਸ਼ੇਸ਼ ਸਹਿਯੋਗੀ ਮੰਨੇ ਜਾਂਦੇ ਸਨ। ਪਿਆਰੇ ਬੱਚਿਓ, ਆਪਾਂ ਵੈਦਿਕ ਕਾਲ ਬਾਰੇ ਜਿੰਨਾ ਪੜ੍ਹ ਚੁੱਕੇ ਹਾਂ ਉਸ ਦੇ ਅਨੁਸਾਰ ਅਭਿਆਸ ਦੇ ਪ੍ਰਸ਼ਨ ਅਤੇ ਦੁਹਰਾਈ ਕਰਾਂਗੇ। ਅਭਿਆਸ ਦੇ ਵਿੱਚ ਨੰਬਰ 1, ਪਹਿਲਾ ਪ੍ਰਸ਼ਨ, ਵੈਦਿਕ ਕਾਲ ਦੀ ਰਾਜਨੀਤਿਕ ਅਵਸਥਾ ਬਾਰੇ 5 ਵਾਕ ਲਿਖੋ। ਦੁਬਾਰਾ ਪ੍ਰਸ਼ਨ ਨੋਟ ਕਰੋ। ਵੈਦਿਕ ਕਾਲ ਦੀ ਰਾਜਨੀਤਿਕ ਅਵਸਥਾ ਬਾਰੇ 5 ਵਾਕ ਲਿਖੋ। ਪਿਆਰੇ ਬੱਚਿਓ, ਤੁਸੀਂ ਇਸ ਦੇ ਉੱਤਰ ਦੇ ਵਿੱਚ ਲਿਖ ਸਕਦੇ ਹੋ, ਰਿਗਵੇਦ ਅਨੁਸਾਰ ਛੋਟੇ ਛੋਟੇ ਕਬੀਲਿਆਂ ਦੇ ਨਾਮ ਲਿਖ ਸਕਦੇ ਹੋ। ਨੰਬਰ 2,
उत्तर वैदिक काल दे राजां दे नां लिख सकते हो। नंबर 3, वैदिक सभ्यता विच राज दा मुखिया कौन हुंदा है दे बारे लिख सकते हो। नंबर 4, सब तो शक्तिशाली राजे नूं की कहा जाता है लिख सकते हो। नंबर 5, राजे दे सहायक कौन कौन हुंदे हन दे बारे लिख सकते हो। इस तो अगला प्रश्न, वैदिक काल विच किहड़ियां किहड़ियां नदियां दा वर्णन मिलता है। वैदिक काल विच किहड़ियां किहड़ियां नदियां दा वर्णन मिलता है। इस दे उत्तर दे विच तुसीं पहलां नदियां दे आधुनिक नां लिखने हैं। नाल ही ब्रैकेट दे विच वैदिक काल अनुसार इन्हां नदियां दे पुरातन नां की सन जरूर लिखने हैं। इस तो अगे खाली स्थान भरो। नंबर 1, आरंभिक वैदिक काल विच छोटे छोटे डैश राज करते सन। नंबर 2, डैश संसार की सब तो पुरानी पुस्तक है। नंबर 3, शक्तिशाली राजियां नूं डैश कहा जाता सी। सो प्यारे बच्चों, तुसीं अभ्यास के प्रश्न उत्तर अपनियां कापियां दे उपर सुंदर लिखाई दे विच नोट कर लेने। सो प्यारे विद्यार्थियों, अभ्यास के प्रश्न उत्तरां तो बाद जिन्ना आपां पाठ पढ़ चुके हाँ, इस दे आधार ते गतिविधि भी तैयार करनी है, जिस विच वैदिक काल के धार्मिक ग्रंथां की जानकारी देनी है। नंबर 2, राजियां दे नां लिखने हैं, उत्तर वैदिक काल ते पूर्व वैदिक काल। इस तो अगे नदियां दे नावां दी भी सूची तैयार करनी है। नदियां दे नां लिखण दे वेले पहला आधुनिक नां अते ब्रैकेट दे विच उसदा वैदिक काल के समय दे विच पुरातन नां की सी वो भी लिखा जाए। सूची तैयार करन दे नाल नाल संबंधित तस्वीरां नूं भी लगाया जाए। इस समुची गतिविधि नूं करन दे लई तुसीं अपने अध्यापकां दा सहयोग लै सकदे हो। जदों तुहाडी ये गतिविधि पूरी हो जाती है तां तुसीं इस नूं अपने साथियों के नाल साझा करना है अते उन्हां नूं धार्मिक ग्रंथां दे बारे बोल बोल के दसना है। राजियां दे नां भी बोल बोल के दसने हैं, नदियां दे नां भी बोल बोल के दसने हैं, तां कि तुहानूं भी अते तुहाडे साथियां नूं भी ये सारी चीज़ याद हो जाए। सो प्यारे विद्यार्थियों, आपां वैदिक काल पाठ का जो भाग पढ़िया है वो इत्थे ही समाप्त किया जाता है। जल्दी ही बाकी भाग लैके तुहाडे रूबरू होवांगे। तुहाडा ध्यान दे नाल पाठ सुनन लई धन्नवाद किया जाता है।